ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੇਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਨਸਲਵਾਦ ਵਿਰੋਧੀ ਡੇਟਾ ਬਣਿਆ ਕਾਨੂੰਨ, ਮੂਲਵਾਸੀ ਬਲੈਕ ਤੇ ਰੰਗਦਾਰ ਲੋਕ ਸਰਕਾਰੀ ਪ੍ਰੋਗਰਾਮਾਂ ਤੇ ਸੇਵਾਵਾਂ ਤੱਕ ਕਰ ਸਕਣਗੇ ਪਹੁੰਚ। ਗਰਮੀ ਦੀਆਂ ਘਟਨਾਵਾਂ ਤੇ ਗਰਮੀ ਦੀ ਚੇਤਾਵਨੀ ਲਈ ਸਰਕਾਰੀ ਯੋਜਨਾ ਸ਼ੁਰੂ। ਸਰਕਾਰ ਨੇ ਹੀਟ ਅਲਰਟ ਐਂਡ ਰਿਸਪੌਂਸ ਸਿਸਟਮ ਦਾ ਕੀਤਾ ਆਰੰਭ। ਮਹਿੰਗਾਈ ਦੀ ਦਰ ਵਧਣ ਦਾ ਲੋਕਾਂ ਦੀ ਮੌਰਗੇਜ ਤੇ ਪਿਆ ਅਸਰ, ਕਈ ਲੋਕਾਂ ਦੀ ਪਾਕਟ ਤੇ ਭਾਰੀ ਮਾਰ। ਜਿੱਤੇ ਖਬਰਾਂ ਵਿਸਥਾਰ ਦੇ ਨਾਲ ਦੱਸ ਦਈਏ ਕਿ ਨਸਲਵਾਦ ਵਿਰੋਧੀ ਡੇਟਾ ਐਕਟ ਫਿਲਹਾਲ ਕਾਨੂੰਨ ਬਣ ਚੁੱਕਿਆ ਹੈ। ਇਸ ਕਾਨੂੰਨ ਦੇ ਜ਼ਰੀਏ ਉਸ ਡੇਟਾ ਦੇ ਉੱਤੇ ਖਾਸ ਤੌਰ ਦੇ ਉੱਤੇ ਧਿਆਨ ਕੇਂਦਰਿਤ ਕੀਤਾ ਜਾਏਗਾ, ਜਿਸ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਕਮਿਊਨਿਟੀਆਂ, ਅਜਿਹੇ ਲੋਕ ਜਿਹੜੇ ਕਿ ਨਸਲਵਾਦ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਹੁੰਦੇ ਨੇ, ਉਹਨਾਂ ਵੱਲ ਗੌਰ ਕੀਤਾ ਜਾ ਸਕੇ ਅਤੇ ਉਹਨਾਂ ਦੇ ਡੇਟਾ ਦੇ ਆਧਾਰ ਦੇ ਉੱਤੇ ਰਿਵਿਊ ਕੀਤੇ ਜਾ ਸਕਣ ਕਿ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹਨਾਂ ਮੁਸ਼ਕਿਲਾਂ ਦੇ ਉੱਤੇ ਸਰਕਾਰ ਕੋਈ ਪਹਿਲ ਕਦਮੀ ਦੇ ਨਾਲ ਕਦਮ ਚੁੱਕੇ ਅਤੇ ਕਈ ਪ੍ਰੋਗਰਾਮਾਂ ਦੇ ਤਹਿਤ ਉਹਨਾਂ ਦੀ ਮਦਦ ਕੀਤੀ ਜਾ ਸਕੇ ਤੇ ਨਸਲਵਾਦ ਦੀ ਜੜ ਨੂੰ ਖਤਮ ਕੀਤਾ ਜਾ ਸਕੇ। ਦੱਸ ਦੇ ਕਿ ਸਰਕਾਰ ਨੇ ਕਈ ਪ੍ਰੋਗਰਾਮਾਂ ਦੇ ਅਧੀਨ ਨਸਲਵਾਦ ਦਾ ਖਾਤਮਾ ਕਰਨ ਦੇ ਲਈ ਇਸ ਨੂੰ ਲਾਂਚ ਕੀਤਾ ਹੈ। ਨਸਲਵਾਦ ਵਿਰੋਧੀ ਡੇਟਾ ਐਕਟ ਹੁਣ BC ਦੇ ਵਿੱਚ ਕਾਨੂੰਨ ਬਣ ਗਿਆ ਹੈ। 2 ਮਈ ਨੂੰ ਪੇਸ਼ ਕੀਤਾ ਗਿਆ ਨਸਲਵਾਦ ਵਿਰੋਧੀ ਡਾਟਾ ਐਕਟ ਵਿਧਾਨ ਸਭਾ ਰਾਹੀਂ ਸਰਬਸੰਮਤੀ ਨਾਲ ਪਾਸ ਹੋਇਆ। BC ਸੂਬਾ ਸਰਕਾਰ ਦੇ ਮੁਤਾਬਕ ਨਸਲਵਾਦ ਵਿਰੋਧੀ ਡਾਟਾ ਐਕਟ BC ਦੇ ਕਾਨੂੰਨ ਦੇ ਵਿੱਚ ਸ਼ਾਮਿਲ ਕਰਨ ਦੇ ਨਾਲ ਮੂਲਵਾਸੀ ਬਲੈਕ ਲੋਕ ਤੇ ਰੰਗਦਾਰ ਲੋਕ ਸਰਕਾਰੀ ਪ੍ਰੋਗਰਾਮਾਂ ਤੇ ਸੇਵਾਵਾਂ ਤੱਕ ਬਿਹਤਰ ਪਹੁੰਚ ਪ੍ਰਾਪਤ ਕਰਨ ਹੇਠ ਨੇੜੇ ਹੋ ਸਕਣਗੇ। ਨਸਲਵਾਦ ਵਿਰੋਧ ਪਹਿਲ ਕਦਮੀਆਂ ਲਈ ਸੰਸਦੀ ਸਕੱਤਰ ਰਚਨਾ ਸਿੰਘ ਨੇ ਇਸ ਸੰਬੰਧੀ ਦੱਸਿਆ ਕਿ ਇਹ ਐਕਟ ਕਿਵੇਂ ਕੰਮ ਕਰੇਗਾ। ਜੀ ਬਹੁਤ ਸ਼ੁਕਰੀਆ। ਇਹ ਜਿਵੇਂ ਡੇਟਾ ਐਕਟ ਜਿਹਨੂੰ ਰਾਇਲ ਅਸੈਂਟ ਮਿਲਿਆ 2 ਜੂਨ ਨੂੰ ਤੇ ਹੁਣ ਸਾਡਾ ਕੰਮ ਹੈਗਾ ਇੰਪਲੀਮੈਂਟੇਸ਼ਨ ਕਰਨ ਦਾ। ਤੇ ਨਾਲ ਜਿਵੇਂ ਅਸੀਂ ਭਾਈਚਾਰਿਆਂ ਨੂੰ ਪਹਿਲਾਂ ਨਾਲ ਰੱਖਿਆ, ਜਿਵੇਂ ਕੰਸਲਟੇਸ਼ਨ ਵੇਲੇ ਅਸੀਂ ਉਹਨਾਂ ਨੂੰ ਤਾਂ ਇੰਪਲੀਮੈਂਟੇਸ਼ਨ ਵੇਲੇ ਵੀ ਅਸੀਂ ਚਾਹਾਂਗੇ ਕਿ ਵੱਧ ਤੋਂ ਵੱਧ ਉਹ ਆਪਣੀ ਸ਼ਮੂਲੀਅਤ ਰੱਖਣ, ਉਹਨਾਂ ਨਾਲ ਪਾਰਟਨਰਸ਼ਿਪ ਸਾਡੀ ਰਵੇ, ਉਹ ਸਾਨੂੰ ਗਾਈਡ ਕਰਦੇ ਰਹਿਣ ਕਿ ਕਿਵੇਂ ਇਹਦੀ ਇੰਪਲੀਮੈਂਟੇਸ਼ਨ ਹੋਵੇ। ਇੱਕ ਤਾਂ ਅਸੀਂ ਐਂਟੀ ਰੇਸਿਜ਼ਮ ਡੇਟਾ ਕਮੇਟੀ ਦੀ ਸਥਾਪਨਾ ਕਰਾਂਗੇ, ਜਿਹੜੇ ਕਿ ਪੂਰਾ ਧਿਆਨ ਰੱਖੇਗੀ ਕਿ ਕਿਵੇਂ ਅਸੀਂ ਇਹ ਡੇਟਾ, ਸਰਕਾਰ ਕਿਵੇਂ ਇਹ ਡੇਟਾ ਕਲੈਕਟ ਕਰ ਰਹੀ ਹੈ, ਕਿ ਕੋਈ ਊਣਤਾਈਆਂ ਤਾਂ ਨਹੀਂ ਹੋ ਰਹੀਆਂ। ਤੇ ਇੱਕ ਜਿਹੜੀ ਚੀਜ਼ ਸਾਨੂੰ ਪਤਾ ਲੱਗੀ ਸ਼ਰੀ ਕਿ ਲੋਕਾਂ ਨੇ ਜਾਂ ਸਾਨੂੰ ਕੰਸਲਟੇਸ਼ਨ 'ਚ ਦੱਸਿਆ ਕਿ ਉਹ ਨਹੀਂ ਚਾਹੁੰਦੇ ਕਿ ਫਰੰਟ ਲਾਈਨਸ ਦੇ ਵਿੱਚ ਇਹ ਜਾਣਕਾਰੀ ਉਹ ਦੇਣ, ਤਾਂ ਤੇ ਕਿਉਂਕਿ ਉਹ ਇਹ ਨਹੀਂ ਚਾਹੁੰਦੇ ਕਿ ਉਹ ਹਸਪੀਟਲ 'ਚ ਜਾਣ ਜਾਂ ICBC ਦੇ ਦਫ਼ਤਰ 'ਚ ਜਾਣ ਤੇ ਇਹ ਜਾਣਕਾਰੀ ਉਹਨੂੰ ਦੇਣੀ ਪਵੇ, ਬੇਸ਼ੱਕ ਉਹਨਾਂ ਦੀ ਐਥਨੀਸਿਟੀ ਬਾਰੇ, ਉਹਨਾਂ ਦੇ ਰਿਲੀਜਨ ਬਾਰੇ, ਲੈਂਗੁਏਜ ਬਾਰੇ। ਤੇ ਇੱਕ ਜਿਵੇਂ ਅਸੀਂ ਕੈਨੇਡਾ ਸਟੈਟਸ ਦਾ ਜਿਵੇਂ ਅਸੀਂ ਸਰਵੇ ਫਿਲ ਕਰਦੇ ਹਾਂ, ਉਵੇਂ ਦਾ ਇੱਕ BC ਸਟੈਟਸ ਦਾ ਸਰਵੇ ਸਾਨੂੰ ਉਮੀਦ ਹੈ ਕਿ ਇਸ ਫਾਲ ਦੇ ਵਿੱਚ, ਲੇਟ ਫਾਲ ਵਿੱਚ, ਅਕਤੂਬਰ ਨਵੰਬਰ ਦੇ ਵਿੱਚ ਹਰ ਘਰ ਵਿੱਚ ਜਾਏਗਾ, ਜਿਹਦੇ ਵਿੱਚ ਹਰ ਘਰ ਵਿੱਚ ਲੋਕੀ ਇਹ ਸਰਵੇ ਭਰ ਕੇ ਸਾਨੂੰ ਇਹ ਜਾਣਕਾਰੀ ਦੇ ਸਕਣਗੇ। ਤੇ ਉਸੀ ਜਾਣਕਾਰੀ ਨੂੰ ਐਨਾਲਾਈਜ਼ ਕਰਕੇ ਸਾਨੂੰ ਉਮੀਦ ਹੈ ਕਿ ਨੈਕਸਟ ਈਅਰ ਜੂਨ 2023 ਵਿੱਚ ਅਸੀਂ ਇੱਕ ਪਬਲਿਕ ਰਿਪੋਰਟ ਤਿਆਰ ਕਰਾਂਗੇ ਕਿ ਕਿਵੇਂ ਦਾ ਡੇਟਾ ਸਾਨੂੰ ਲੋਕਾਂ ਨੇ ਦਿੱਤਾ, ਕਿਵੇਂ ਦਾ ਡਿਸਕ੍ਰਿਮੀਨੇਸ਼ਨ ਉਹ ਫੇਸ ਕਰ ਰਹੇ ਹਨ। ਬੇਸ਼ੱਕ ਉਹ ਡਿਫਰੈਂਟ ਜਿਹੜੇ ਗਵਰਨਮੈਂਟ ਦੀਆਂ ਆਪਣੀਆਂ ਸੈਕਟਰਸ ਹੈਗੀਆਂ, ਬੇਸ਼ੱਕ ਉਹ ਹੈਲਥ ਕੇਅਰ ਹੈ, ਐਜੂਕੇਸ਼ਨ ਹੈ, ਹਾਊਸਿੰਗ ਹੈਗੀ ਹੈ, ਉਹਦੇ ਵਿੱਚ ਕਿਵੇਂ ਦਾ ਉਹਨਾਂ ਨੂੰ ਬੈਰੀਅਰਸ ਆ ਰਹੇ, ਕਿਵੇਂ ਦੇ ਗੈਪਸ ਆ ਰਹੇ, ਤੇ ਕਿਵੇਂ ਦੇ ਉਪਰਾਲੇ ਸਰਕਾਰਾਂ ਨੂੰ ਕਰਨ ਦੀ ਲੋੜ ਹੈ ਕਿ ਉਹ ਗੈਪਸ ਨੂੰ, ਉਹ ਬੈਰੀਅਰਸ ਨੂੰ ਘਟਾਇਆ ਜਾ ਸਕੇ। ਸੂਬਾ ਸਰਕਾਰ ਦੇ ਮੁਤਾਬਕ ਇਹ ਡੇਟਾ ਇਕੱਤਰ ਕਰਨ ਦੇ ਵਿੱਚ ਸਹਿਯੋਗ ਦੇ ਲਈ ਆਉਣ ਵਾਲੇ ਮਹੀਨਿਆਂ ਵਿੱਚ ਇੱਕ ਨਵੀਂ ਨਸਲਵਾਦ ਵਿਰੋਧੀ ਡੇਟਾ ਕਮੇਟੀ ਦਾ ਗਠਨ ਕੀਤਾ ਜਾਏਗਾ, ਜਿਸ ਦਾ ਸਾਲ ਦੇ ਅਖੀਰ ਦੇ ਵਿੱਚ BC ਸਟੇਟਸ ਦੁਆਰਾ ਇੱਕ ਸਵੈ ਇੱਛਤ ਆਬਾਦੀ ਸਰਵੇਖਣ ਕੀਤਾ ਜਾਏਗਾ। ਇਸ ਸਰਵੇਖਣ ਤੋਂ ਮਿਲੇ ਆંકੜਿਆਂ ਨੂੰ 2023 ਦੀਆਂ ਗਰਮੀਆਂ ਦੇ ਵਿੱਚ ਪਰਿਭਾਸ਼ਿਤ ਖੋਜ ਤਰਜੀਹਾਂ ਦੇ ਨਾਲ ਜਾਰੀ ਕੀਤਾ ਜਾਏਗਾ। ਜਿਵੇਂ BC ਜਿਵੇਂ ਕੈਨੇਡਾ ਸਟੈਟਸ ਹੈ ਕਿ ਕੁਝ ਥੋੜ੍ਹੇ ਜਨਰੇਸ਼ਨ ਬਾਅਦ, ਉਹ 5 ਸਾਲ ਬਾਅਦ ਆਪਣਾ ਡੇਟਾ ਕਲੈਕਟ ਕਰਦੇ ਆ। ਸਾਨੂੰ ਉਮੀਦ ਹੈ ਕਿ ਜਿਵੇਂ ਇਸ ਫਾਲ ਦੇ ਵਿੱਚ ਅਸੀਂ ਕਲੈਕਟ ਕਰਾਂਗੇ, ਐਵੇਂ ਹੀ ਇੱਕ ਪੀਰੀਅਡਸ ਅਸੀਂ ਨਿਰਧਾਰਿਤ ਕਰਾਂਗੇ ਕਿ ਕਿੰਨੇ ਪੀਰੀਅਡ ਬਾਅਦ ਇਹ ਜਿਹੜਾ ਸਰਵੇ ਹੈ ਹਰ ਘਰ ਵਿੱਚ ਜਾਵੇ, ਤਾਂ ਕਿ ਉਹ ਜਾਣਕਾਰੀ ਰਿਫਰੈਸ਼ ਹੋ ਸਕੇ, ਇੱਕ ਜਾਣਕਾਰੀ ਪੁਰਾਣੀ ਨਾ ਰਹੇ, ਰਿਫਰੈਸ਼ ਹੋ ਸਕੇ। ਤੇ ਨਾਲੇ ਜਦੋਂ ਸਰਵੇ ਜਾਏਗਾ ਅਸੀਂ ਫਿਰ ਤੋਂ ਇੱਕ ਅਵੇਅਰਨੈਸ ਕੈਂਪੇਨ ਲੈ ਕੇ ਆਵਾਂਗੇ, ਇੱਕ ਮੀਡੀਆ ਦੇ ਰਾਹੀਂ ਅਸੀਂ ਲੋਕਾਂ ਤੋਂ ਨੂੰ ਜ਼ਿਆਦਾ ਉਤਸ਼ਾਹਿਤ ਕਰਾਂਗੇ ਕਿ ਵੱਧ ਤੋਂ ਵੱਧ ਉਹ ਇਹ ਸਰਵੇ ਭਰਨ। ਹਾਲਾਂਕਿ ਇਹ ਮੈਂਡੇਟਰੀ ਨਹੀਂ ਹੈਗਾ, ਵੋਲੰਟਰੀ ਹੈਗਾ, ਪਰ ਅਸੀਂ ਚਾਹਾਂਗੇ ਕਿ ਵੱਧ ਤੋਂ ਵੱਧ ਸਾਨੂੰ ਉਹ ਡੇਟਾ ਮਿਲੇ, ਇਨਫੋਰਮੇਸ਼ਨ ਮਿਲੇ, ਤਾਂ ਕਿ ਉਹ ਪੋਲਿਸੀ ਵਰਕ ਜਿਹੜਾ ਅਸੀਂ ਕਰਨਾ ਚਾਹੁੰਦੇ, ਸਰਕਾਰਾਂ ਦੀ ਨੂੰ ਜਿਹੜੀ ਕਰਨ ਦੀ ਲੋੜ ਹੈ, ਜਿਹੜੀ ਚੇਂਜਸ ਲਿਆਉਣ ਦੀ ਲੋੜ ਹੈ, ਉਹਦੇ ਵਿੱਚ ਸਹਿਯੋਗ ਮਿਲ ਸਕੇ। ਨਸਲਵਾਦ ਦੇ ਮਾਮਲੇ ਲਗਾਤਾਰ ਸਾਹਮਣੇ ਆਉਣ ਤੇ ਲੋਕਾਂ ਤੇ ਸੂਬਾ ਸਰਕਾਰ ਦੇ ਵਿਚਾਲੇ ਇੱਕ ਪਾੜੇ ਨੂੰ ਵਧਾ ਰਿਹਾ ਹੈ, ਜੋ ਕਿ ਹੁਣ ਖਤਮ ਹੋ ਜਾਏਗਾ।
ਸੋ ਇਸ ਤਰ੍ਹਾਂ ਦਾ ਜਦੋਂ ਕਾਨੂੰਨ ਲਿਆਂਦਾ ਗਿਆ ਰਚਨਾ ਜੀ, ਬੜੀਆਂ ਸਾਰੀਆਂ ਉਮੀਦਾਂ ਲੱਗ ਰਹੀਆਂ ਸੀਗੀਆਂ ਵੀ ਹੁਣ ਜਿਹੜਾ ਇਹ ਡਾਟਾ ਕਿਸ ਤਰੀਕੇ ਨਾਲ ਕੰਮ ਕਰ ਪਾਏਗਾ, ਪਰ ਲੋਕਾਂ ਨੂੰ ਅਜੇ ਵੀ ਇਹ ਲੱਗਦਾ ਹੈ ਕਿ ਸ਼ਾਇਦ ਇਹ ਜੇ ਸਿੰਪਲ ਤਰੀਕੇ ਨਾਲ ਨਾ ਪਹੁੰਚਿਆ ਤਾਂ ਲੋਕ ਹਜੇ ਵੀ ਝਿਜਕਣਗੇ। ਸਪੈਸ਼ਲੀ ਜਿਹੜੇ ਲੋਕ ਪਹਿਲਾਂ ਤੋਂ ਆਏ ਹੋਏ ਨੇ ਉਹਨਾਂ ਨੂੰ ਲੱਗਦਾ ਵੀ ਆਹ ਸਿਸਟਮ ਦੀਆਂ ਚੀਜ਼ਾਂ ਨੂੰ ਸਮਝਣਾ, ਕਾਨੂੰਨ ਨੂੰ ਸਮਝਣਾ ਸਾਡੇ ਲਈ ਔਖਾ ਹੋ ਚੁੱਕਿਆ, ਇਹ ਜਿਉਂਦੀਆਂ ਤਿਉਂ ਹੀ ਰਹਿਣੀਆਂ ਚੀਜ਼ਾਂ। ਸੋ ਉਹਨਾਂ ਬਾਰੇ ਥੋੜਾ ਸਿੰਪਲੀ ਤਰੀਕੇ ਨਾਲ ਸਮਝਾ ਸਕਦੇ ਹੋ ਕਿ ਉਹ ਹੁਣ ਵਾਕਈ ਭਰੋਸਾ ਕਰ ਸਕਦੇ ਨੇ ਸਰਕਾਰ? ਜੀ ਬਿਲਕੁਲ। ਇੱਕ ਤਾਂ ਜਦ ਅਸੀਂ ਜ਼ਿਆਦਾ ਕੰਸਲਟੇਸ਼ਨ ਜਦ ਅਸੀਂ ਕਰ ਰਹੇ ਸੀਗੇ, ਅਸੀਂ ਭਾਈਚਾਰਿਆਂ ਨੂੰ ਆਪਣੇ ਨਾਲ ਰੱਖਿਆ। ਇਹ ਪਹਿਲਾ ਇੱਕ ਐਕਟ ਹੈਗਾ ਜਦੋਂ ਕਿ ਇੰਡੀਜਨਸ ਤੇ ਮੇਟੀ ਭਾਈਚਾਰੇ ਨੇ ਕੋ ਡਿਵੈਲਪ ਕੀਤਾ ਹੈਗਾ, ਤੇ ਬਾਕੀ ਜਿਹੜੇ ਭਾਈਚਾਰਿਆਂ ਦੀ ਬੇਸ਼ੱਕ ਉਹ ਸਾਡਾ ਸਾਊਥ ਏਸ਼ੀਅਨ ਭਾਈਚਾਰਾ ਹੈ, ਚਾਈਨੀਜ਼ ਜਾਂ ਸਿਆਹ ਨਸਲ ਦੇ ਲੋਕਾਂ, ਉਹਨਾਂ ਦੀ ਵੀ ਕਾਫੀ ਜ਼ਿਆਦਾ ਸ਼ਮੂਲੀਅਤ ਰਹੀ ਹੈ, ਉਹਨਾਂ ਦੀ ਪਾਰਟਨਰਸ਼ਿਪ ਰਹੀ ਹੈਗੀ ਹੈ। ਉਹਦਾ ਕਾਰਨ ਇਹ ਸੀਗਾ ਕਿ ਜਿਹੜਾ ਟਰਸਟ ਹੈਗਾ, ਜਿਹੜਾ ਇੱਕ ਭਰੋਸਾ ਟੁੱਟਿਆ ਹੋਇਆ ਸਰਕਾਰ ਤੇ ਇਹਨਾਂ ਕਮਿਊਨਿਟੀਜ਼ ਦੇ ਵਿੱਚ, ਉਹਨੂੰ ਬਰਕਰਾਰ ਕੀਤਾ ਜਾਵੇ ਤੇ ਨਾਲੇ ਉਹਨਾਂ ਨੂੰ ਦੱਸਿਆ ਜਾਵੇ ਕਿ ਇਹ ਡੇਟਾ ਅਸੀਂ ਸਿਰਫ ਡੇਟਾ ਕਲੈਕਟ ਕਰਨ ਲਈ ਨਹੀਂ, ਸਿਰਫ ਡੇਟਾ ਕਲੈਕਟ ਕਰਕੇ ਅਸੀਂ ਉਹਦੇ ਤੇ ਬਹਿ ਨਹੀਂ ਜਾਣਾ ਜਾਂ ਇਹ ਲੈਜਿਸਲੇਸ਼ਨ ਆ ਗਿਆ, ਐਕਟ ਆ ਗਿਆ, ਉਹਦੇ ਤੋਂ ਬਾਅਦ ਸਾਡਾ ਕੰਮ ਖਤਮ ਹੋ ਗਿਆ। ਇੱਕ ਪ੍ਰੋਸੈਸ ਹੈਗਾ ਜਿਹਦੇ ਲਈ ਉਹ ਪੂਰੀ ਥਰੂ ਆਊਟ ਦਾ ਪ੍ਰੋਸੈਸ, ਜਿਵੇਂ ਹੁਣ ਤੱਕ ਸ਼ਮੂਲੀਅਤ ਰਹੀ ਹੈ ਉਹਨਾਂ ਦੀ, ਹੁਣ ਤੱਕ ਪਾਰਟਨਰਸ਼ਿਪ ਰਹੀ ਹੈ, ਅੱਗੇ ਵੀ ਉਹਨਾਂ ਦੀ ਕੰਸਲਟੇਸ਼ਨ ਐਵੇਂ ਹੀ ਜਾਰੀ ਰਹੇਗੀ। ਕੁਝ ਵੀ ਨਹੀਂ ਹੋਏਗਾ ਉਹਨਾਂ ਦੇ ਸਹਿਯੋਗ ਤੋਂ ਬਿਨਾਂ। ਤੇ ਇਹ ਭਰੋਸਾ ਮੈਨੂੰ ਉਮੀਦ ਹੈ ਕਿ ਪਿਛਲੇ 15 ਮਹੀਨੇ ਤੋਂ ਜਿੰਨਾ ਮੈਂ ਕੰਮ ਕਰ ਰਹੀ ਹਾਂ, ਭਰੋਸਾ ਕਾਫੀ ਜ਼ਿਆਦਾ ਅਸੀਂ ਡਿਵੈਲਪ ਕਰ ਚੁੱਕੇ ਹਾਂ। ਪਰ ਜਦੋਂ ਇੰਪਲੀਮੈਂਟੇਸ਼ਨ ਵਿੱਚ ਵੀ ਅਸੀਂ ਚਾਹਾਂਗੇ ਇਹ ਪਾਰਟਨਰਸ਼ਿਪ ਰਵੇ, ਔਰ ਨਾਲ ਹੀ ਨਾਲ ਕਿ ਜਿਹੜੀਆਂ ਕਈ ਵਾਰ ਅਸੀਂ ਕਹਿੰਦੇ ਕਿ ਕੋਈ ਚੇਂਜ ਆਏਗੀ ਨਹੀਂ ਜਾਂ ਕੁਝ ਹੋਏਗਾ ਨਹੀਂ, ਮੈਂ ਸਿਰਫ ਲੋਕਾਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦੀ ਹਾਂ ਕਿ ਸਾਡੀ ਸਰਕਾਰ ਦੀ ਕਮਿਟਮੈਂਟ ਹੈਗੀ ਹੈ ਟੂ ਟੈਕਲ ਰੇਸਿਜ਼ਮ, ਔਰ ਅਸੀਂ ਸਿਰਫ ਗੱਲਾਂ ਬਾਤਾਂ ਨਾਲ ਨਹੀਂ ਇਹ ਕਰ ਰਹੇ ਹੈਗੇ, ਅਸੀਂ ਇਹ ਐਕਟ ਲੈ ਕੇ ਆਏ ਹੈਗੇ ਹਾਂ। ਔਰ ਮੈਂ ਇੱਕ ਇਹ ਗੱਲ ਵੀ ਕਹਿਣਾ ਚਾਹੂੰਗੀ, ਇਕੱਲੇ ਇਸ ਐਕਟ ਨਾਲ ਵੀ ਇੱਕਦਮ ਓਵਰਨਾਈਟ ਚੇਂਜ ਨਹੀਂ ਆ ਜਾਏਗੀ। ਇੱਕ ਹੈ ਕਿ ਇਹ ਇੱਕ ਕੰਟੀਨਿਊਸ ਪ੍ਰੋਸੈਸ ਹੈ ਜਿਹੜਾ ਅਸੀਂ ਕਰਦੇ ਰਵਾਂਗੇ, ਔਰ ਸਿਰਫ ਅਸੀਂ ਕਰ ਸਕਾਂਗੇ ਜੇ ਤੁਹਾਡੀ ਸ਼ਮੂਲੀਅਤ ਰਹੇਗੀ, ਤੁਹਾਡੀ ਸਹਿਯੋਗ ਰਹੇਗਾ ਔਰ ਤੁਹਾਡੀ ਪਾਰਟਨਰਸ਼ਿਪ ਰਹੇਗੀ। ਨਸਲਵਾਦ ਵਿਰੋਧੀ ਡਾਟਾ ਕਾਨੂੰਨ ਹੁਣ ਕਿਸ ਤਰ੍ਹਾਂ ਦੀ ਤਬਦੀਲੀ ਲਿਆਵੇਗਾ, ਇਹ ਦੇਖਣ ਵਾਲੀ ਗੱਲ ਹੋਵੇਗੀ। ਜਿਸ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਗਰਮੀ ਦੀਆਂ ਘਟਨਾਵਾਂ ਤੇ ਗਰਮੀ ਅੱਤ ਦੀ ਜਦੋਂ ਪੈਣੀ ਆ ਤਾਂ ਉਸ ਸੰਬੰਧੀ ਚੇਤਾਵਨੀ ਜਾਰੀ ਕਰਨ ਦੇ ਲਈ ਸਰਕਾਰ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਗਰਮੀ ਵੱਧ ਰਹੀ ਹੈ ਤਾਂ ਸਰਕਾਰ ਦੇ ਵੱਲੋਂ ਉਸ ਲਈ ਪਹਿਲਾਂ ਤੋਂ ਚੇਤਾਵਨੀ ਜਾਰੀ ਵੀ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਅਜਿਹੇ ਅਲਰਟ ਸਿਸਟਮ ਜਾਰੀ ਕੀਤੇ ਜਾ ਰਹੇ ਨੇ ਜਿਸ ਸੰਬੰਧੀ ਲੋਕਾਂ ਦੇ ਨਾਲ ਜਲਦੀ ਰਾਬਤਾ ਕਾਇਮ ਕੀਤਾ ਜਾ ਸਕੇ ਤੇ ਲੋਕਾਂ ਨੂੰ ਅੱਤ ਦੀ ਗਰਮੀ ਵਾਲੇ ਇਲਾਕਿਆਂ ਦੇ ਵਿੱਚੋਂ ਪਹਿਲਾਂ ਤੋਂ ਚੇਤਾਵਨੀ ਜਾਰੀ ਕਰਕੇ ਠੰਡੀਆਂ ਥਾਵਾਂ ਦੇ ਉੱਤੇ ਪਹੁੰਚਾਇਆ ਜਾ ਸਕੇ। ਇਸ ਦੇ ਨਾਲ ਹੀ 911 ਯਾਨੀ 911 ਕਾਲ ਦੇ ਲਈ ਵੀ ਸੇਵਾ ਜਿਹੜੀ ਹੈ ਉਸਨੂੰ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ। ਉਸ ਦੇ ਵਿੱਚ ਪ੍ਰਕਿਰਿਆ ਦੇ ਵਿੱਚ ਤੇਜ਼ੀ ਲਿਆਈ ਜਾ ਰਹੀ ਹੈ ਤਾਂ ਕਿ ਜਿਹੜੇ ਲੋਕ 911 ਤੱਕ ਪਹੁੰਚ ਕਰ ਸਕਣ, ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਰੁਕਾਵਟ ਪੇਸ਼ ਨਾ ਆਵੇ। ਇਸ ਪ੍ਰਕਿਰਿਆ ਨੂੰ ਵਧਾਇਆ ਜਾ ਰਿਹਾ ਹੈ। ਸੂਬਾ ਸਰਕਾਰ ਦੇ ਵੱਲੋਂ BC ਹੀਟ ਅਲਰਟ ਐਂਡ ਰਿਸਪੌਂਸ ਸਿਸਟਮ ਦਾ ਆਰੰਭ ਕੀਤਾ ਜਾ ਰਿਹਾ ਹੈ ਤਾਂ ਕਿ ਇਹ ਨਿਸ਼ਚਿਤ ਕਰਨ ਦੇ ਵਿੱਚ ਮਦਦ ਕੀਤੀ ਜਾ ਸਕੇ ਕਿ ਲੋਕਾਂ, ਫਸਟ ਨੇਸ਼ਨਸ ਭਾਈਚਾਰਿਆਂ ਤੇ ਸਥਾਨਕ ਸਰਕਾਰਾਂ ਨੂੰ ਉਹ ਸਾਧਨ ਹਾਸਲ ਹੋ ਸਕਣ ਜਿਨ੍ਹਾਂ ਦੀ ਉਹਨਾਂ ਨੂੰ ਗਰਮੀ ਦੀਆਂ ਘਟਨਾਵਾਂ ਦੌਰਾਨ ਸੁਰੱਖਿਅਤ ਰਹਿਣ ਦੀ ਲੋੜ ਮਹਿਸੂਸ ਹੁੰਦੀ ਹੈ। BC ਹਾਊਸ ਦੇ ਅਧੀਨ ਸੂਬਾ ਸਰਕਾਰ ਅਤੀ ਗਰਮੀ ਦੀਆਂ ਆਪਾਤ ਸਥਿਤੀਆਂ ਦੇ ਲਈ ਇੱਕ ਬ੍ਰਾਡਕਾਸਟ ਇੰਟਰੂਸਿਵ ਚੇਤਾਵਨੀ ਜਾਰੀ ਕਰ ਰਹੀ ਹੈ। ਸੂਬਾ ਸਰਕਾਰ BC ਦੇ ਐਂਬੂਲੈਂਸ ਸਿਸਟਮ ਨੂੰ ਸਹਾਰਾ ਦੇਣ ਦੇ ਲਈ ਜ਼ਿਆਦਾਤਰ ਉਪਾਅ ਕਰ ਰਹੀ ਹੈ ਤਾਂ ਕਿ ਗਰਮੀ ਦੀ ਆਪਾਤਕਾਲ ਸਥਿਤੀ ਦੇ ਵਿੱਚ 911 ਕਾਲਾਂ ਵਿੱਚ ਹੋਣ ਵਾਲੇ ਵੱਡੇ ਵਾਧੇ ਪ੍ਰਤੀ ਬਿਹਤਰ ਢੰਗ ਦੇ ਨਾਲ ਕਾਰਵਾਈ ਕੀਤੀ ਜਾ ਸਕੇ। ਇਹ ਫਸਟ ਨੇਸ਼ਨਸ ਤੇ ਸਥਾਨਕ ਸਰਕਾਰਾਂ ਦੇ ਲਈ ਅੱਤ ਦੀ ਗਰਮੀ ਦੇ ਖਤਰੇ ਵਾਲੀਆਂ ਥਾਵਾਂ ਦਾ ਖਾਕਾ ਤਿਆਰ ਕਰਨ, ਉਸ ਦਾ ਮੁਲਾਂਕਣ ਕਰਨ ਤੇ ਯੋਜਨਾਬੰਦੀ ਕਰਨ ਦੇ ਲਈ $199 ਮਿਲੀਅਨ ਤੇ ਕਮਿਊਨਿਟੀ ਐਮਰਜੈਂਸੀ ਪ੍ਰੀਪੇਅਰਡਨੈਸ ਫੰਡ ਅਧੀਨ ਹਾਲ ਹੀ ਦੇ ਵਿੱਚ ਐਲਾਨ ਕੀਤੀ ਗਈ ਅੱਤ ਦੀ ਗਰਮੀ ਲਈ ਮਾਲੀ ਮਦਦ ਦੀ ਵਰਗ ਤੇ ਆਧਾਰਿਤ ਹੈ। ਪਿਛਲੇ ਸਾਲ ਦੀਆਂ ਗਰਮੀਆਂ ਦੇ ਨਵੇਕਲੇ ਹੀਟ ਡੋਮ ਦੇ ਦੁਖਦਾਈ ਨਤੀਜੇ ਵਜੋਂ ਸੈਂਕੜੇ ਮੌਤਾਂ ਹੋਈਆਂ, ਜਿਸ ਨਾਲ ਇਹ ਸਾਫ਼ ਹੋਇਆ ਕਿ ਭਵਿੱਖ ਦੀਆਂ ਅੱਤ ਦੀ ਗਰਮੀ ਦੀਆਂ ਘਟਨਾਵਾਂ ਲਈ ਬਿਹਤਰ ਢੰਗ ਦੇ ਨਾਲ ਤਿਆਰ ਰਹਿਣ ਲਈ ਸਾਨੂੰ ਹੋਰ ਜ਼ਿਆਦਾ ਕੰਮ ਕਰਨ ਦੀ ਲੋੜ ਹੈ। ਮਾਈਕ ਫਾਰਨਵਰਥ ਜਨਤਕ ਸੁਰੱਖਿਆ ਮੰਤਰੀ, ਉਹਨਾਂ ਕਿਹਾ ਕਿ ਅਸੀਂ ਗਰਮੀ ਸੰਬੰਧੀ ਇੱਕ ਨਵਾਂ ਢਾਂਚਾ ਵਿਕਸਿਤ ਕੀਤਾ ਹੈ ਤਾਂ ਕਿ ਅਸੀਂ ਅੱਤ ਦੀ ਗਰਮੀ ਦੀ ਅਗਲੀ ਘਟਨਾ ਲਈ ਤਿਆਰ ਰਹਿ ਸਕੀਏ ਅਤੇ ਅੱਤ ਦੀ ਗਰਮੀ ਦੇ ਨਾਲ ਸੰਬੰਧਿਤ ਆਪਾਤ ਸਥਿਤੀਆਂ ਲਈ ਬ੍ਰਾਡਕਾਸਟ ਜਿਹੜਾ ਇੰਟਰੂਸਿਵ ਚੇਤਾਵਨੀ ਜਾਰੀ ਕਰਨ ਦੇ ਲਈ ਤਿਆਰ ਹਾਂ ਤਾਂ ਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਇਹ ਲੋਕ ਜਾਗਰੂਕ ਹੋਣ। BC ਹਾਊਸ ਦੇ ਵਿੱਚ ਗਰਮੀ ਦੀਆਂ ਘਟਨਾਵਾਂ ਦੀਆਂ 2 ਸ਼੍ਰੇਣੀਆਂ ਸ਼ਾਮਿਲ ਨੇ: ਗਰਮੀ ਸੰਬੰਧੀ ਚੇਤਾਵਨੀਆਂ ਤੇ ਗਰਮੀ ਦੇ ਨਾਲ ਸੰਬੰਧਿਤ ਆਪਾਤ ਸਥਿਤੀਆਂ। ਕਿਸੇ ਗਰਮੀ ਸੰਬੰਧੀ ਚੇਤਾਵਨੀ ਤੇ ਗਰਮੀ ਦੇ ਨਾਲ ਸੰਬੰਧਿਤ opaਤ ਸਥਿਤੀ ਹੋਣ ਸਮੇਂ ਸੂਬਾਈ ਸਰਕਾਰ ਤੇ ਸਥਾਨਕ ਅਧਿਕਾਰੀਆਂ ਆਪਣੀਆਂ ਗਰਮੀ ਦੇ ਨਾਲ ਸੰਬੰਧਿਤ ਵਿਅਕਤੀਗਤ ਯੋਜਨਾਵਾਂ ਤੇ ਪ੍ਰਕਿਰਿਆ ਦੇ ਆਧਾਰ ਤੇ ਕਾਰਵਾਈ ਕਰਨਗੇ। ਅੱਤ ਦੀ ਗਰਮੀ ਦੇ ਨਾਲ ਸੰਬੰਧਿਤ ਆਪਾਤ ਸਥਿਤੀਆਂ ਲਈ ਸੂਬਾ ਸਰਕਾਰ ਰਾਸ਼ਟਰੀ ਜਨਤਕ ਚੇਤਾਵਨੀ ਸਿਸਟਮ ਅਲਰਟ ਰੈਡੀ ਰਾਹੀਂ ਚੇਤਾਵਨੀ ਜਾਰੀ ਕਰਨ ਲਈ ਤਿਆਰ ਹੈ।
ਜਿਸ ਦੀ ਪਹਿਲਾਂ ਹੀ ਐਂਬਰ ਅਲਰਟ ਅਤੇ ਸੁਨਾਮੀ, ਜੰਗਲੀ ਅੱਗਾਂ ਤੇ ਹੜ੍ਹਾਂ ਸੰਬੰਧੀ ਚੇਤਾਵਨੀਆਂ ਜਾਰੀ ਕਰਨ ਲਈ ਵਰਤੋਂ ਕੀਤੀ ਜਾਂਦੀ ਹੈ। ਇਹ ਬੇहद ਜ਼ਰੂਰੀ ਹੈ। ਜੋ ਸਬਕ ਅਸੀਂ ਪਿਛਲੇ ਸਾਲ ਦੇ ਵਿਨਾਸ਼ਕਾਰੀ ਡੋਮ ਤੋਂ ਸਿੱਖੇ ਨੇ ਉਹਨਾਂ ਨੂੰ ਯਾਦ ਰੱਖਿਆ ਜਾਏ ਤਾਂ ਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਸੂਬਾ ਸਰਕਾਰ ਤੇ ਸਾਡਾ ਸਿਹਤ ਸੰਭਾਲ ਸਿਸਟਮ ਅੱਗੇ ਦੀ ਗਰਮੀ ਦੌਰਾਨ ਜਿੰਨਾ ਸੰਭਵ ਹੋ ਸਕੇ ਉਹ ਤਿਆਰ ਰਹਿਣ ਤੇ ਹਾਲਾਤ ਦੇ ਮੁਤਾਬਕ ਢਲ ਸਕਣ। ਦੱਸਦੇ ਕਿ ਸੰਬੰਧੀ ਬਾਕੀ ਮੰਤਰੀਆਂ ਨੇ ਵੀ ਇਹ ਗੱਲ ਕਹੀ ਹੈ। ਉਹਨਾਂ ਕਿਹਾ ਕਿ ਇਹ ਨਵਾਂ ਗਰਮੀ ਸੰਬੰਧੀ ਚੇਤਾਵਨੀ ਤੇ ਕਾਰਵਾਈ ਸਿਸਟਮ ਅਤੇ ਉਹ ਕਦਮ ਜੋ ਅਸੀਂ ਐਂਬੂਲੈਂਸ ਸਿਸਟਮ ਅਤੇ ਆਪਾਤ ਦੇਖਭਾਲ ਨੂੰ ਮਜ਼ਬੂਤ ਬਣਾਉਣ ਲਈ ਚੁੱਕੇ ਹੈ, ਨਾਲ ਇਹ ਨਿਸ਼ਚਿਤ ਕਰਨ ਦੇ ਵਿੱਚ ਮਦਦ ਮਿਲੇਗੀ ਕਿ ਭਵਿੱਖ ਦੀਆਂ ਗਰਮੀ ਦੀਆਂ ਲਹਿਰਾਂ ਦੌਰਾਨ ਪੂਰੇ BC ਦੇ ਵਿੱਚ ਲੋਕ ਸੁਰੱਖਿਅਤ ਕਿਵੇਂ ਰਹਿ ਸਕਦੇ ਨੇ। ਇਹਨਾਂ ਹੀ ਨਹੀਂ, ਸੂਬਾ ਸਰਕਾਰ ਦੇ ਵੱਲੋਂ ਇੱਕ ਨਵੀਂ ਐਕਸਟ੍ਰੀਮ ਹੀਟ ਪ੍ਰੀਪੇਅਰਡਨੈਸ ਗਾਈਡ ਵੀ ਤਿਆਰ ਕੀਤੀ ਗਈ ਹੈ, ਜਿਸ ਦਾ ਮਕਸਦ ਹੈ ਕਿ ਲੋਕਾਂ ਨੂੰ ਆਪਣੀਆਂ ਰਿਹਾਇਸ਼ਾਂ ਨੂੰ ਅੱਤ ਦੀ ਗਰਮੀ ਲਈ ਤਿਆਰ ਕਰਨ ਵਿੱਚ ਮਦਦ ਦਿੱਤੀ ਜਾਵੇ ਅਤੇ ਇਹ ਇਸ ਬਾਰੇ ਸਲਾਹ ਦਿੰਦਾ ਹੈ ਜਦੋਂ ਤਾਪਮਾਨ ਬਹੁਤ ਵੱਧ ਜਾਵੇ ਤਾਂ ਉਦੋਂ ਕਿਵੇਂ ਸੁਰੱਖਿਅਤ ਰਹਿਣਾ ਹੈ। ਇਹ ਗਾਈਡ ਫਰਾਂਸੀਸੀ ਭਾਸ਼ਾ, ਪੰਜਾਬੀ ਅਤੇ ਚੀਨੀ ਤੇ ਸਰਲ ਚੀਨੀ ਭਾਸ਼ਾਵਾਂ ਦੇ ਵਿੱਚ ਉਪਲਬਧ ਹੈ। ਇਹ ਗਾਈਡ ਫਰਾਂਸੀਸੀ, ਪੰਜਾਬੀ, ਰਵਾਇਤੀ ਚੀਨੀ ਤੇ ਸਰਲ ਚੀਨੀ ਭਾਸ਼ਾਵਾਂ ਦੇ ਵਿੱਚ ਉਪਲਬਧ ਹੈ ਤੇ ਇਸ ਨੂੰ BC ਸੈਂਟਰ ਫॉर ਡਿਸੀਜ਼ ਕੰਟਰੋਲ ਨਾਲ ਭਾਈਵਾਲੀ ਅਧੀਨ ਤਿਆਰ ਕੀਤਾ ਗਿਆ ਹੈ। ਕਿਸੇ ਗਰਮੀ ਦੀ ਘਟਨਾ ਦੌਰਾਨ ਆਪਣੇ ਆਪ ਨੂੰ ਤੇ ਹੋਰਨਾਂ ਨੂੰ ਵਧੇਰੇ ਸੁਰੱਖਿਅਤ ਰੱਖਣ ਦੇ ਲਈ ਜੋ ਕਦਮ ਲੋਕ ਚੁੱਕ ਸਕਦੇ ਨੇ ਉਹਨਾਂ ਵਿੱਚੋਂ ਆਪਣੇ ਘਰਾਂ ਦੇ ਅੰਦਰ ਅਤੇ ਬਾਹਰ ਠੰਡੀਆਂ ਥਾਵਾਂ ਦੀ ਚੋਣ ਕਰਨਾ, ਠੰਡੇ ਪਾਣੀ ਦੇ ਨਾਲ ਨਹਾਉਣਾ ਜਾਂ ਸ਼ਾਵਰ ਲੈਣਾ, ਕਾਫੀ ਮਾਤਰਾ ਵਿੱਚ ਪਾਣੀ ਪੀਣਾ ਤੇ ਖਤਰੇ ਦਾ ਸਾਹਮਣਾ ਕਰ ਸਕਣ ਵਾਲੇ ਗੁਆਂਢੀਆਂ ਦੇ ਖਬਰਸਾਰ ਰੱਖਣਾ ਸ਼ਾਮਿਲ ਹੈ। ਇੰਨਾ ਹੀ ਨਹੀਂ, ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਵਿੱਚ ਹੀਟ ਸਟ੍ਰੋਕ, ਗਰਮੀ ਨਾਲ ਨਿਢਾਲ ਹੋ ਜਾਣਾ, ਗਰਮੀ ਨਾਲ ਬੇਹੋਸ਼ ਹੋ ਜਾਣਾ, ਗਰਮੀ ਦੇ ਕਾਰਨ ਸੋਜਾਂ ਹੋ ਜਾਣੀਆਂ, ਧੱਫੜ ਪੈ ਜਾਣੇ ਅਤੇ ਹੋਰ ਕਈ ਤਰ੍ਹਾਂ ਦਾ ਜਿਹੜਾ ਮਸਲ ਕ੍ਰੈਂਪ ਸ਼ਾਮਿਲ ਹੈ। ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਵਿੱਚ ਦਿਲ ਕੱਚਾ ਹੋਣਾ, ਉਲਟੀ ਆਉਣਾ, ਸਿਰ ਪੀੜ, ਸਾਹ, ਦਿਲ ਦੀ ਧੜਕਣ ਦਾ ਤੇਜ਼ ਹੋਣਾ, ਬੇਹੱਦ ਪਿਆਸ ਲੱਗਣਾ ਅਤੇ ਇਸ ਤੋਂ ਇਲਾਵਾ ਹੋਰ ਬਿਮਾਰੀਆਂ ਵੀ ਸ਼ਾਮਿਲ ਨੇ। ਸੋ ਇਸੇ ਲਈ ਅੱਧੀ ਗਰਮੀ ਦੌਰਾਨ ਜੇ ਕਿਸੇ ਨੂੰ ਇਹਨਾਂ ਵਿੱਚੋਂ ਕੋਈ ਵੀ ਅਲਾਮਤ ਮਹਿਸੂਸ ਹੋਵੇ ਤਾਂ ਉਹਨਾਂ ਨੂੰ ਕਿਸੇ ਠੰਡੇ ਥਾਂ ਤੇ ਚਲੇ ਜਾਣਾ ਚਾਹੀਦਾ ਤੇ ਆਪਣੇ ਆਪ ਨੂੰ ਠੰਡਾ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ। ਤਰਲ ਚੀਜ਼ਾਂ ਜ਼ਰੂਰ ਲੈਣੀਆਂ ਚਾਹੀਦੀਆਂ ਨੇ। ਜਨਤਕ ਚੇਤਾਵਨੀ ਜਾਰੀ ਕਰਨਾ ਇਹ ਨਿਸ਼ਚਿਤ ਕਰਨ ਦਾ ਇੱਕ ਪ੍ਰਮੁੱਖ ਸਾਧਨ ਹੈ ਕਿ ਕੈਨੇਡਾ ਵਾਸੀ ਉਹਨਾਂ ਦੇ ਭਾਈਚਾਰਿਆਂ ਵਿੱਚ ਉੱਭਰ ਰਹੇ ਖਤਰਿਆਂ ਸੰਬੰਧੀ ਜਾਗਰੂਕ ਹੋ ਸਕਣ। ਬਿਲ ਬਲੇਅਰ, ਪ੍ਰਧਾਨ ਕੈਨੇਡਾ ਲਈ ਕੁਈਨ ਦੀ ਜਿਹੜੀ ਹੈ ਕੌਂਸਲ ਅਤੇ ਐਮਰਜੈਂਸੀ ਪ੍ਰੀਪੇਅਰਡਨੈਸ ਦੇ ਫੈਡਰਲ ਮੰਤਰੀ ਨੇ, ਉਹਨਾਂ ਕਿਹਾ ਕਿ ਪਿਛਲੀਆਂ ਗਰਮੀਆਂ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਰਿਕਾਰਡ ਤੋੜ ਤਾਪਮਾਨ ਦੇ ਨਤੀਜੇ ਵੱਲੋਂ ਜਾਨੀ ਨੁਕਸਾਨ ਹੋਇਆ ਤੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵੱਲੋਂ ਕੀਤੀ ਗਈ ਇਸ ਪਹਿਲ ਕਦਮੀ ਰਾਹੀਂ ਅੱਧੀ ਗਰਮੀ ਦੀਆਂ ਲਹਿਰਾਂ ਬਾਰੇ ਨਿਵਾਸੀਆਂ ਨੂੰ ਚੇਤਾਵਨੀ ਦੇਣ ਵਿੱਚ ਮਦਦ ਮਿਲੇਗੀ, ਜਿਸ ਨਾਲ ਉਹ ਆਪਣੇ ਆਪ ਨੂੰ ਅਤੇ ਇੱਕ ਦੂਜੇ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੇ ਕਦਮ ਚੁੱਕ ਸਕਣਗੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। BC ਬਿਡ ਸਿਸਟਮ ਸਪਲਾਇਰਾਂ ਅਤੇ ਬਾਕੀ ਜਨਤਾ ਦੇ ਲਈ ਕਾਫੀ ਹੱਦ ਤੱਕ ਖੁੱਲ ਚੁੱਕਿਆ ਔਰ BC ਬਿਡ ਸਿਸਟਮ ਦੇ ਵਿੱਚ ਉਹ ਲੋਕ ਜਿਹੜੇ ਆਨਲਾਈਨ ਇਸ ਸਾਈਟ ਦਾ ਇਸਤੇਮਾਲ ਕਰਦੇ ਨੇ ਜ਼ਿਆਦਾਤਰ ਸਪਲਾਇਰ ਲੱਭਣ ਦੇ ਲਈ, ਉਹਨਾਂ ਦੇ ਲਈ ਇਹ ਚੰਗੀ ਖਬਰ ਮੰਨੀ ਜਾ ਰਹੀ ਹੈ ਤੇ ਜਿਹੜੇ ਲੋਕ ਇਸ ਸਾਈਟ ਦੇ ਉੱਤੇ ਹੀ ਭਰੋਸਾ ਕਰਦੇ ਨੇ ਤੇ ਜਿਨ੍ਹਾਂ ਦਾ ਕੰਮਕਾਜ ਚੱਲਦਾ ਹੈ ਅਤੇ ਜਿਨ੍ਹਾਂ ਨੇ ਆਪਣੀਆਂ ਚੀਜ਼ਾਂ ਇਸੇ ਬਿਡ ਸਿਸਟਮ ਦੇ ਅਧੀਨ ਖਰੀਦਾਰੀ ਲਈ ਪਾਉਣੀਆਂ ਨੇ ਉਹਨਾਂ ਦੇ ਲਈ ਇਹ ਬਿਹਤਰ ਇੱਕ ਮੌਕਾ ਮੰਨਿਆ ਜਾ ਰਿਹਾ ਹੈ। ਅਰਜ਼ੀਆਂ ਵੀ ਉਹਨਾਂ ਲੋਕਾਂ ਲਈ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜਿਹੜੇ ਕਿ ਇਸ ਬਿਡ ਸਿਸਟਮ ਦੀ ਸਹਾਇਤਾ ਜਿਹੜੀ ਹੈ ਉਸ ਦੇ ਵਿੱਚ ਲੈਣਾ ਚਾਹੁੰਦੇ ਨੇ, ਉਹਨਾਂ ਲਈ ਅਰਜ਼ੀਆਂ ਖੁੱਲ ਚੁੱਕੀਆਂ ਨੇ। ਆਓ ਵਿਸਥਾਰ ਦੇ ਨਾਲ ਜਾਣਦੇ ਹਾਂ ਇਹ ਬਿਡ ਸਿਸਟਮ ਸਾਈਟ ਆਖਿਰਕਾਰ ਕੰਮ ਕਿਵੇਂ ਕਰੇਗੀ। ਲੋਕ ਕਾਰੋਬਾਰ ਤੇ ਜਨਤਕ ਖੇਤਰ ਦੀਆਂ ਸੰਸਥਾਵਾਂ ਹੁਣ ਨਵੀਂ ਲਾਂਚ ਕੀਤੀ ਗਈ ਸੂਬੇ ਦੀ ਆਨਲਾਈਨ ਖਰੀਦ ਮਾਰਕੀਟ ਪਲੇਸ BC ਬਿਡ ਸਾਈਟ ਤੇ ਖਰੀਦ ਦੇ ਮੌਕਿਆਂ ਨੂੰ ਦੇਖ ਸਕਦੇ ਨੇ ਤੇ ਉੱਥੇ ਬੋਲੀ ਵੀ ਲਗਾ ਸਕਦੇ ਨੇ। ਇੱਕ ਨਵੀਂ ਆਧੁਨਿਕ BC ਬਿਡ ਅਰਜ਼ੀ ਦੀ ਸ਼ੁਰੂਆਤ ਉਹਨਾਂ ਲੋਕਾਂ ਤੇ ਸਥਾਨਕ ਕਾਰੋਬਾਰਾਂ ਲਈ ਬਹੁਤ ਵਧੀਆ ਖਬਰ ਹੈ ਜੋ ਸਪਲਾਇਰ ਲੱਭਣ ਤੇ ਮੌਕੇ ਪੋਸਟ ਕਰਨ ਦੇ ਲਈ ਇਸ ਸਾਈਟ ਤੇ ਨਿਰਭਰ ਕਰਦੇ ਨੇ। ਸਿਟੀਜ਼ਨ ਸਰਵਿਸਿਜ਼ ਮੰਤਰੀ ਲੀਜ਼ਾ ਬੇਅਰ ਨੇ ਕਿਹਾ ਹੈ ਕਿ ਨਵੀਂ ਪ੍ਰਣਾਲੀ ਹਰ ਖੇਤਰ ਦੇ ਵਿੱਚ ਹਰ ਆਕਾਰ ਦੀਆਂ ਕੰਪਨੀਆਂ ਦੇ ਲਈ ਸੂਬੇ ਦੇ ਨਾਲ ਵਪਾਰ ਕਰਨਾ ਤੇ ਉਹਨਾਂ ਦੇ ਭਾਈਚਾਰਿਆਂ ਵਿੱਚ ਨਵੀਆਂ ਨੌਕਰੀਆਂ ਪੈਦਾ ਕਰਨਾ ਆਸਾਨ ਬਣਾਵੇਗੀ। ਹਰ ਆਕਾਰ ਦੇ ਛੋਟੇ ਕਾਰੋਬਾਰ ਤੇ ਸੰਸਥਾਵਾਂ ਹੁਣ ਸੈਂਕੜੇ ਜਨਤਕ ਖੇਤਰ ਦੀਆਂ ਸੰਸਥਾਵਾਂ ਦੁਆਰਾ ਪੇਸ਼ ਕੀਤੇ ਗਏ ਖਰੀਦ ਮੌਕਿਆਂ ਤੇ ਕਲਿੱਕ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਤੇ ਬੋਲੀ ਲਗਾ ਸਕਦੇ ਹੋ ਜੋ ਹਰ ਸਾਲ BC ਬਿਡ ਦੇ ਮੌਕਿਆਂ ਬਾਰੇ ਜਾਣਕਾਰੀ ਪੋਸਟ ਕਰਦੇ ਨੇ। ਨਵੇਂ ਉਪਭੋਗਤਾਵਾਂ ਨੂੰ ਰਜਿਸਟਰ ਕਰਨ ਅਤੇ ਉਹਨਾਂ ਦੇ ਖਾਤੇ ਬਣਾਉਣ ਦੇ ਵਿੱਚ ਮਦਦ ਕਰਨ ਲਈ ਕਦਮ ਦਰ ਕਦਮ ਗਾਈਡ ਵੀ ਉਪਲਬਧ ਹੈ। ਉਪਭੋਗਤਾਵਾਂ ਨੂੰ ਨਵੀਂ ਸਾਈਟ ਤੋਂ ਜਾਣੂ ਕਰਵਾਉਣ ਦੇ ਵਿੱਚ ਮਦਦ ਕਰਨ ਲਈ ਹਦਾਇਤੀ ਵੀਡੀਓ ਤੇ ਜਾਣਕਾਰੀ ਸੈਸ਼ਨਾਂ ਦੀ ਰਿਕਾਰਡਿੰਗਾਂ ਵੀ ਉਪਲਬਧ ਹੋਣਗੀਆਂ। BC ਬਿਡ ਸਾਰੇ ਖਰੀਦ ਮੌਕਿਆਂ ਲਈ ਪਹੁੰਚ ਦਾ ਮੁੱਖ ਬਿੰਦੂ ਹੈ ਅਤੇ ਇਸ ਦੀ ਵਰਤੋਂ ਜਨਤਕ ਖੇਤਰ ਦੀਆਂ ਸੰਸਥਾਵਾਂ ਜਿਵੇਂ ਕਿ ਨਗਰ ਪਾਲਿਕਾਵਾਂ, ਸਕੂਲੀ ਡਿਸਟ੍ਰਿਕਟ, ਸਿਹਤ ਅਥਾਰਟੀ, ਕਰਾਊਨ ਕਾਰਪੋਰੇਸ਼ਨਾਂ ਦੁਆਰਾ ਕੀਤੀ ਜਾਂਦੀ ਹੈ ਤੇ BC ਸਰਕਾਰ ਇੱਥੇ ਵੱਖ-ਵੱਖ ਖੇਤਰਾਂ ਵਿੱਚ ਵਸਤੂਆਂ ਤੇ ਸੇਵਾਵਾਂ ਲਈ ਇਕਰਾਰਨਾਮੇ ਦੇ ਮੌਕੇ ਪੋਸਟ ਕਰੇਗੀ। ਇਸ ਤੋਂ ਇਲਾਵਾ ਜਾਣਕਾਰੀ ਦਿੰਦਿਆਂ ਹੋਇਆ ਡਿਟਕੈਨ ਇਨਸਾਈਟ ਤੇ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਕ੍ਰਿਸਟਾ ਪਾਵਲ ਨੇ ਕਿਹਾ ਹੈ
ਕਿ ਮੈਂ ਇਹ ਦੇਖ ਸਕਦੀ ਹਾਂ ਕਿ ਹੁਣ ਜਨਤਕ ਖੇਤਰ ਦੇ ਮੌਕਿਆਂ ਦਾ ਸਰੋਤ ਬਣਾਉਣਾ ਤੇ ਠੇਕਿਆਂ ਤੇ ਬੋਲੀ ਲਗਾਉਣ ਦਾ ਕੰਮ ਆਸਾਨ ਹੋ ਰਿਹਾ ਹੈ। ਇਹਨਾਂ ਮੌਕਿਆਂ ਵਿੱਚ ਹਿੱਸਾ ਲੈਣ ਤੇ ਵਿਕਾਸ ਕਰਨ ਦਾ ਇੱਕ ਵਧੀਆ ਮੌਕਾ ਹੈ। ਉਹਨਾਂ ਕਿਹਾ ਕਿ ਨਵੀਂ BC ਬਿਡ ਜਿਹੜੀ ਹੈ ਉਹ ਇਵੈਲੂਏਟ ਪ੍ਰੋਕਿਊਰਮੈਂਟ ਸੌਫਟਵੇਅਰ ਦੀ ਵਰਤੋਂ ਕਰਦੀ ਹੈ, ਜੋ ਇੱਕ ਵੈਬ ਆਧਾਰਿਤ ਟੂਲ ਹੈ ਜੋ ਉਪਭੋਗਤਾਵਾਂ ਨੂੰ ਇਕਰਾਰਨਾਮੇ ਦੇ ਮੌਕਿਆਂ ਤੇ ਦੇਖਣ ਤੇ ਬੋਲੀ ਲਗਾਉਣ ਦੇ ਤਰੀਕੇ ਨੂੰ ਸੁਚਾਰੂ ਬਣਾਉਂਦੀ ਹੈ। ਨਵੀਂ ਪ੍ਰਣਾਲੀ ਵੀ ਵਧੇਰੇ ਪਾਰਦਰਸ਼ੀ ਹੈ ਤੇ ਸਪਲਾਇਰਾਂ ਲਈ ਜਲਦੀ ਜਵਾਬ ਦੇਣਾ ਵੀ ਆਸਾਨ ਬਣਾਉਂਦੀ ਹੈ। ਸੁਧਾਰਾਂ ਵਿੱਚ ਬਿਹਤਰ ਖੋਜ ਕਾਰਜ ਅਤੇ ਆਸਾਨ ਨੈਵੀਗੇਸ਼ਨ, ਬਿਹਤਰ ਸੁਰੱਖਿਆ ਤੇ ਜਨਤਾ, ਖਰੀਦਾਰਾਂ ਤੇ ਸਪਲਾਇਰਾਂ ਲਈ ਇੱਕ ਭਰੋਸੇਯੋਗ ਆਧੁਨਿਕ ਅਨੁਭਵ ਸ਼ਾਮਿਲ ਹੈ। ਇਸ ਤੋਂ ਇਲਾਵਾ ਨਵੀਂ BC ਬਿਡ ਸਰਕਾਰੀ ਖਰੀਦ ਨੂੰ ਬਦਲਣ ਤੇ ਲੋਕਾਂ ਲਈ ਸੂਬੇ ਨਾਲ ਵਪਾਰ ਕਰਨਾ ਆਸਾਨ ਬਣਾਉਣ ਦੀ ਰਣਨੀਤੀ ਦਾ ਹਿੱਸਾ ਹੈ। ਖਰੀਦ ਪਰਿਵਰਤਨ ਦੀ ਰਣਨੀਤੀ BC ਦੀ ਆਰਥਿਕ ਰਿਕਵਰੀ ਯੋਜਨਾ ਦੇ ਤਹਿਤ ਸਟਰੋਂਗਰ BC ਪਹਿਲਕਦਮੀ ਦੇ ਨਾਲ ਮੇਲ ਖਾਂਦੀ ਹੈ ਤਾਂ ਜੋ ਸਾਰਿਆਂ ਲਈ ਸਮਾਵੇਸ਼ੀ ਵਿਕਾਸ ਤੇ ਕੇਂਦਰਿਤ ਇੱਕ ਮਜ਼ਬੂਤ ਆਰਥਿਕਤਾ ਨੂੰ ਵਾਪਸ ਬਣਾਇਆ ਜਾ ਸਕੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਮਹਿੰਗਾਈ ਦਰ ਦੇ ਵਧਣ ਦੇ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਨਾਲ ਇਸ ਵੇਲੇ ਲੋਕਾਂ ਨੂੰ ਜੂਝਣਾ ਪੈ ਰਿਹਾ ਹੈ, ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮੌਰਗੇਜਾਂ 'ਤੇ ਵੀ ਅਸਰ ਪਿਆ ਹੈ। ਮੌਰਗੇਜ ਦੇ ਨਾਲ ਲੋਕਾਂ ਨੂੰ ਕਿਵੇਂ ਅਸਰ ਪੈ ਰਿਹਾ ਹੈ, ਮਹਿੰਗਾਈ ਦਰ ਅੱਗੇ ਕਿੰਨੀ ਕੁ ਵੱਧ ਸਕਦੀ ਹੈ, ਆਓ ਦੇਖਦੇ ਹਾਂ ਇਸ ਸੰਬੰਧੀ ਸਾਡੇ ਸੀਨੀਅਰ ਪੱਤਰਕਾਰ ਜਸਕਰਨ ਸਿੰਘ ਦੀ ਇਹ ਰਿਪੋਰਟ। ਮੌਰਗੇਜ ਆ ਇਹਦੇ ਉੱਤੇ ਵੀ ਅਸਰ ਪਿਆ ਕੋਈ? ਹਾਂਜੀ, ਦੇਖੋ ਜਦੋਂ ਬੈਂਕ ਆਫ ਕੈਨੇਡਾ ਬੈਂਕ ਰੇਟ ਇਨਕਰੀਜ਼ ਕਰਦੀ ਹੈ ਤਾਂ ਆਟੋਮੈਟਿਕਲੀ ਜਿਹੜੀਆਂ ਬੈਂਕਾਂ ਦੇ ਪ੍ਰਾਈਮ ਰੇਟ ਹੁੰਦੇ ਨੇ ਉਹ ਵੱਧ ਜਾਂਦੇ ਨੇ, ਠੀਕ ਹੈ ਜੀ। ਅਤੇ ਜਿਹੜੀਆਂ ਮੌਰਗੇਜਸ ਵੇਰੀਏਬਲ ਨੇ, ਚਾਹੇ ਉਹ ਵੇਰੀਏਬਲ ਕਲੋਜ਼ਡ ਨੇ, ਚਾਹੇ ਉਹ ਵੇਰੀਏਬਲ ਓਪਨ ਨੇ, ਜਾਂ HELOC ਜਿਹੜੀਆਂ ਘਰ 'ਤੇ ਲਾਈਨ ਆਫ ਕ੍ਰੈਡਿਟਸ ਹੁੰਦੀਆਂ ਨੇ, ਠੀਕ ਹੈ ਜੀ, ਉਹ ਪ੍ਰਾਈਮ ਦੇ ਨਾਲ ਲਿੰਕ ਹੁੰਦੀਆਂ ਨੇ ਆਲਵੇਜ਼। ਹੁਣ ਇਹ ਡਿਪੈਂਡ ਕਰਦਾ ਵੀ ਤੁਹਾਡਾ ਪ੍ਰਾਈਮ ਮਾਈਨਸ ਪ੍ਰੋਡਕਟ ਹੈ ਤੁਹਾਡੇ ਕੋਲੇ ਜਾਂ ਪ੍ਰਾਈਮ ਪਲੱਸ ਪ੍ਰੋਡਕਟ ਹੈ। ਜਦੋਂ ਪ੍ਰਾਈਮ ਵੱਧ ਗਿਆ ਤਾਂ ਆਟੋਮੈਟਿਕਲੀ ਉਹਨਾਂ ਤੇ ਜਿਹੜਾ ਵਿਆਜ ਦੀ ਦਰ ਹੈ ਜਿਹੜੀ ਉਹ ਵੱਧ ਗਈ ਆ। ਉਹਦੇ ਨਾਲ ਹੋਣਾ ਕੀ ਆ, ਦੇਖੋ ਜੇ ਆਪਾਂ HELOC ਦੀ ਐਗਜ਼ਾਮਪਲ ਲਈਏ, ਕਿਸੇ ਨੇ ਲਾਈਨ ਆਫ ਕ੍ਰੈਡਿਟ ਲਈ ਵੀ ਹੈ ਘਰ ਦੇ ਅਗੇਂਸਟ, ਠੀਕ ਹੈ ਜੀ। ਉਹਦੇ ਵਿੱਚ ਕੀ ਹੈ, ਜਦੋਂ ਪ੍ਰਾਈਮ ਵੱਧ ਗਿਆ ਤਾਂ ਉਹਦਾ ਰੇਟ ਵੱਧ ਗਿਆ, ਤਾਂ ਵਿਆਜ ਵੱਧ ਗਿਆ, ਤਾਂ ਉਹਦਾ ਜਿਹੜੀ ਮੰਥਲੀ ਵਿਆਜ ਲੱਗਦਾ ਸੀ ਉਹਦਾ ਫਰਕ ਪੈ ਗਿਆ। ਉਹ ਜ਼ਿਆਦਾ ਹੁਣ ਉਹਨੂੰ ਵਿਆਜ ਦੇਣਾ ਪੈਂਦਾ। ਡਜ਼ਨਟ ਮੈਟਰ ਉਹਨੇ ਕਿੰਨੀ ਯੂਜ਼ ਕੀਤੀ ਹੈ, ਉਹਨੂੰ ਜ਼ਿਆਦਾ ਦੇਣਾ ਹੀ ਪੈਣਾ, ਠੀਕ ਹੈ ਜੀ। ਹੁਣ ਅੱਜ ਤੁਸੀਂ ਜਿਹੜੀਆਂ ਮੌਰਗੇਜਸ ਨੇ, ਜਿਵੇਂ ਹੁਣ ਪਿੱਛੇ ਤੁਸੀਂ ਕਾਫੀ ਰੌਲਾ ਸੁਣਿਆ ਵੀ ਉਹ ਪ੍ਰਾਈਮ ਮਾਈਨਸ ਮਿਲਦਾ ਜੀ 1.65 ਤੇ ਹੋ ਗਈ ਜੀ, ਜਾਂ 1.3 ਤੇ ਹੋ ਗਈ, ਹੈ ਨਾ। ਉਹ ਪ੍ਰਾਈਮ ਮਾਈਨਸ ਵਾਲੇ ਪ੍ਰੋਡਕਟ ਸੀਗੇ ਕਿ ਪ੍ਰਾਈਮ -25 ਜਾਂ -60 ਜਾਂ ਕਈ -1% ਤੱਕ ਦੇ ਦਿੰਦੀਆਂ ਸੀ ਬੈਂਕਸ, ਠੀਕ ਹੈ। ਹੁਣ ਐਗਜ਼ਾਮਪਲ ਲੈ ਲਓ ਕਿ ਜਦੋਂ ਪਹਿਲਾਂ 2.7 ਸੀਗਾ ਪ੍ਰਾਈਮ ਬੈਂਕਾਂ ਦਾ, ਜੇ -1 ਸੀ ਤਾਂ ਇਹਦਾ ਮਤਲਬ 2.7 -1 ਅਤੇ ਉਹਨੂੰ 1.70 ਤੇ ਮੌਰਗੇਜ ਮਿਲ ਗਈ। ਹੁਣ ਕਿਉਂਕਿ ਉਹ ਵੇਰੀਏਬਲ ਸੀ, ਚਾਹੇ ਓਪਨ ਸੀ ਚਾਹੇ ਕਲੋਜ਼ ਸੀ, ਪ੍ਰਾਈਮ ਨਾਲ ਲਿੰਕ ਸੀ, ਹੁਣ ਪ੍ਰਾਈਮ ਵੱਧ ਗਿਆ 3.70, ਸੋ -1 ਜਿਹੜੀ ਪਹਿਲਾਂ 1.70 ਤੇ ਸੀ ਹੁਣ 2.70 ਤੇ ਹੋ ਗਈ, ਠੀਕ ਹੈ ਜੀ। ਉਹਦੇ ਨਾਲ ਕੀ ਹੁੰਦਾ, ਉਹਦਾ ਇੰਪੈਕਟ ਕੀ ਪੈਂਦਾ, ਜਦੋਂ ਵਿਆਜ ਦੀ ਦਰ ਵੱਧ ਗਈ ਤਾਂ ਤੁਹਾਡੀ ਜਿਹੜੀ ਮੌਰਗੇਜ 'ਤੇ ਜਿਹੜੀ ਕਿਸ਼ਤ ਜਾਂਦੀ ਸੀ ਉਹਦੇ ਦੋ ਕੰਪੋਨੈਂਟ ਹੁੰਦੇ ਨੇ ਜਦੋਂ ਆਪਾਂ ਮੌਰਗੇਜ ਦੀ ਇੰਸਟਾਲਮੈਂਟ ਪੇ ਕਰਦੇ ਹਾਂ। ਇੱਕ ਹੁੰਦਾ ਪ੍ਰਿੰਸੀਪਲ ਕੰਪੋਨੈਂਟ, ਇੱਕ ਹੁੰਦਾ ਇੰਟਰਸਟ ਕੰਪੋਨੈਂਟ, ਠੀਕ ਹੈ ਜੀ। ਹੁਣ ਪਹਿਲਾਂ ਜਦੋਂ ਤੁਹਾਨੂੰ ਉਹਨਾਂ ਨੇ ਮੌਰਗੇਜ ਦਿੱਤੀ ਤਾਂ ਉਹਨਾਂ ਨੇ 1.7 ਦੇ ਨਾਲ, ਆਪਾਂ ਇੱਕ ਐਗਜ਼ਾਮਪਲ ਲਈ ਹੈ ਰਫਲੀ, ਹੈ ਨਾ, ਕੈਲਕੂਲੇਟ ਕਰਕੇ ਦੱਸੀ ਕਿ ਇੰਨਾ ਇਹਦਾ ਵਿਆਜ ਜਾਏਗਾ ਜੀ, ਇੰਨਾ ਮੂਲ ਦੇ ਵਿੱਚ ਜਾਏਗਾ। ਹੁਣ ਜਦੋਂ ਵਿਆਜ ਹੀ ਵੱਧ ਗਿਆ ਤਾਂ ਉਹਦੇ ਨਾਲ ਜਿਹੜਾ ਤੁਹਾਡਾ ਇੰਟਰਸਟ ਪਾਰਟ ਸੀਗਾ ਕੰਪੋਨੈਂਟ ਆਫ ਦਾ ਇੰਸਟਾਲਮੈਂਟ, ਉਹ ਵੱਧ ਗਿਆ। ਉਹ ਵਧਣ ਦੇ ਨਾਲ ਕੀ ਹੋਇਆ, ਤੁਹਾਡਾ ਪ੍ਰਿੰਸੀਪਲ ਅਮਾਊਂਟ ਘਟ ਗਿਆ। ਹੁਣ ਇਹਦਾ ਅਗਲਾ ਇਫੈਕਟ ਕੀ ਪੈਣਾ, ਇਕੱਲੀ ਇਹ ਨਹੀਂ ਕਿ ਵਿਆਜ ਵੱਧ ਗਿਆ ਤੇ ਨਹੀਂ, ਹੁਣ ਕਿਸ਼ਤ 'ਤੇ ਅਸਰ ਪੈਣਾ। ਕਿਉਂ? ਕਿਉਂਕਿ ਜਦੋਂ ਤੁਹਾਨੂੰ ਉਹਨਾਂ ਨੇ ਮੌਰਗੇਜ ਦਿੱਤੀ ਸੀ, ਜਾਂ ਉਹਨਾਂ ਨੇ 25 ਸਾਲ ਦੀ ਕੀਤੀ ਸੀ ਜਾਂ 30 ਸਾਲ ਦੀ ਕੀਤੀ ਸੀ, ਠੀਕ ਹੈ, ਜਦੋਂ ਤਾਂ ਉਹਨਾਂ ਨੇ ਉਸ ਸਮੇਂ ਦੇ ਮੁਤਾਬਕ ਦੱਸਿਆ ਸੀ ਕਿ ਇੰਨਾ ਤੁਹਾਡਾ ਪ੍ਰਿੰਸੀਪਲ 'ਚ ਜਾਣਾ, ਇਹ 30 ਸਾਲ ਜਾਂ 25 ਸਾਲ 'ਚ ਟੋਟਲ ਮੌਰਗੇਜ ਪੇ ਆਫ ਹੋ ਜਾਣੀ ਹੈ। ਹੁਣ ਜਦੋਂ ਇੰਟਰਸਟ ਵੱਧ ਗਿਆ, ਉਹਦੇ ਨਾਲ ਇੰਟਰਸਟ ਕੰਪੋਨੈਂਟ ਵੱਧ ਜੂਗਾ, ਪ੍ਰਿੰਸੀਪਲ ਕੰਪੋਨੈਂਟ ਘਟ ਗਿਆ, ਅਤੇ ਉਹਦੇ ਨਾਲ ਕੀ ਹੋਣਾ ਕਿ ਜਿਹੜੀ ਤੁਹਾਡੀ ਕਿਸ਼ਤ ਹੈ ਹੁਣ ਉਹ ਤਾਂ 30 ਜਾਂ 25 ਸਾਲ ਦੀ ਸੀ ਅਮੋਰਟਾਈਜੇਸ਼ਨ ਤਾਂ, ਵਾਟ ਐਵਰ ਦਾ ਕੇਸ, ਠੀਕ ਹੈ। ਸੋ ਉਸ ਹਿਸਾਬ ਦੇ ਨਾਲ ਤੁਹਾਡਾ ਜਿਹੜਾ ਪ੍ਰਿੰਸੀਪਲ ਅਮਾਊਂਟ ਹੈ ਹੁਣ ਉਹ ਵਧਾਉਣ ਦੇ ਲਈ ਸਾਰੀਆਂ ਬੈਂਕਸ ਜਾਂ ਕ੍ਰੈਡਿਟ ਯੂਨੀਅਨਸ ਆਪੋ ਆਪਣੇ ਜਿੰਨੇ ਵੀ ਉਹਨਾਂ ਕੋਲ ਮੌਰਗੇਜ ਵੇਰੀਏਬਲ ਵਾਲਾ ਲੋਕੀ ਹੈਗੇ ਨੇ ਉਹਨਾਂ ਨੂੰ ਚਿੱਠੀਆਂ ਵੀ ਪਾਉਣਗੇ ਕਿ ਤੁਸੀਂ ਜੀ ਆਪਣੇ ਸਾਡੇ ਨਾਲ ਆ ਕੇ ਗੱਲ ਕਰੋ, ਨਹੀਂ ਤਾਂ ਤੁਹਾਡੀ ਜਿਹੜੀ ਕਿਸ਼ਤ ਹੈ ਇਹ ਵੱਧ ਜਾਣੀ ਹੈ, ਮੰਥਲੀ ਕਿਸ਼ਤ ਵੱਧ ਜਾਣੀ ਹੈ।
ਹੁਣ ਸਪੋਜ਼ ਤੁਸੀਂ ਇਹ ਸਿਨੈਰੀਓ ਦੇਖੋ ਕਿ ਜਿਨ੍ਹਾਂ ਲੋਕਾਂ ਕੋਲੇ ਇੱਕ ਲਾਈਨ ਆਫ ਕ੍ਰੈਡਿਟ ਵੀ ਹੈ ਤੇ ਇੱਕ ਮੌਰਗੇਜ ਵੀ ਹੈ, ਹੁਣ ਨਾਲੇ ਤਾਂ ਲਾਈਨ ਆਫ ਕ੍ਰੈਡਿਟ ਦਾ ਵਿਆਜ ਵੱਧ ਗਿਆ, ਨਾਲੇ ਮੌਰਗੇਜ ਵੱਧ ਗਈ, ਇੰਸਟਾਲਮੈਂਟ ਵੱਧ ਗਈ, ਸੋ ਉਹਨਾਂ ਦੀ ਜੇਬ ਤੇ ਅਸਰ ਪੈ ਗਿਆ। ਜਿਹੜੀ ਹੁਣ ਤੁਸੀਂ ਕਹਿੰਦੇ ਹੋ ਵੀ ਮੰਨ ਲਓ 2000 ਕੋਈ ਬੰਦਾ ਕਿਸ਼ਤ ਦਿੰਦਾ ਸੀ, ਉਹਦੇ ਚੋਂ 500 ਜਿਹੜਾ ਵਿਆਜ ਜਾਂਦਾ ਸੀ, 1500 ਮੂਲ ਜਾਂਦਾ ਸੀ। ਹੁਣ ਉਹਦੀ ਕਿਸ਼ਤ ਤੁਸੀਂ ਕਹਿੰਦੇ ਇਦਾਂ ਹੋ ਸਕਦਾ ਕਿ 2000 ਹੀ ਰਹੂਗੀ, ਪਰ 25 ਸਾਲ ਦੀ ਬਜਾਏ ਉਹਦਾ ਸਮਾਂ ਵਾਜੂਗਾ ਵੀ 26 ਸਾਲ ਹੀ ਦੇਣੀਆਂ ਪੈਣਗੀਆਂ, ਇਦਾਂ ਵੀ ਹੋ ਸਕਦਾ? ਨਹੀਂ, ਕਿਉਂਕਿ ਐਗਰੀਡ ਟਰਮ ਜਾਂ 25 ਸੀ ਜਾਂ 30 ਸੀ, ਸੋ ਉਹਨਾਂ ਨੂੰ ਫਿਰ ਉਸੇ ਹਿਸਾਬ ਦੇ ਨਾਲ ਐਡਜਸਟ ਕਰਨੀ ਪੈਣੀ ਆ ਉਹਦੀ ਮੌਰਗੇਜ, ਤਾਂ ਉਹਦੀ ਕਿਸ਼ਤ ਵੱਜੇਗੀ, ਕਿਸ਼ਤ ਉਨੀ ਨਹੀਂ ਰਹਿਣੀ। ਹੁਣ ਇਹ ਆਟੋਮੈਟਿਕਲੀ ਵਾਜੂਗੀ ਜਾਂ ਬੈਂਕ ਪੁੱਛੂਗੀ ਕਿ ਤੁਹਾਡੇ ਕੋਲ ਕਿਹੜੀ ਆਪਸ਼ਨ ਹੈ, ਤੁਸੀਂ ਕੀ ਚਾਹੁੰਦੇ? ਦੇਖੋ, ਬੈਂਕਸ ਨੇ ਤੁਹਾਨੂੰ ਚਿੱਠੀਆਂ ਪਾਉਣੀਆਂ ਨੇ ਜਾਂ ਤੁਹਾਨੂੰ ਇਨਫੋਰਮੇਸ਼ਨ ਤੁਹਾਡੇ ਸਟੇਟਮੈਂਟ 'ਚ ਉਹ ਕਰਨੀ ਹੈ। ਇਹ ਆਪਣਾ ਵੀ ਫਰਜ਼ ਬਣਦਾ ਕਿ ਵੀ ਵਿਲ ਗੋ ਟੂ ਦਾ ਜਾਂ ਕ੍ਰੈਡਿਟ ਯੂਨੀਅਨ, ਜਿਹੜੀ ਵੀ ਤੁਹਾਡੀ ਬੈਂਕ ਜਿੱਥੇ ਵੀ ਤੁਹਾਡੀ ਮੌਰਗੇਜ ਹੈਗੀ ਆ, ਉੱਥੇ ਜਾ ਕੇ ਗੱਲ ਕਰੋ ਕਿ ਇਟਸ ਰਾਈਟ ਟਾਈਮ ਟੂ ਫਿਕਸ, ਜਾਂ ਉਹਨੂੰ ਫਿਕਸ ਕਰਾ ਲਓ, ਠੀਕ ਹੈ, ਜਾਂ ਫਿਰ ਤੁਹਾਡੀ ਇੰਸਟਾਲਮੈਂਟ ਵਧੇਗੀ। ਉਹ ਤੁਸੀਂ ਆਪਦੇ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਜਾ ਕੇ ਡਿਸਕਸ ਕਰਨੇ। ਹੁਣ ਲੋਕਾਂ ਕੋਲੇ ਵੇਰੀਏਬਲ ਮੌਰਗੇਜ ਸੀਗੀ, ਵਿਆਜ ਵਧਣ ਲੱਗ ਪਏ, ਹੁਣ ਫਿਕਸ ਕਰਾ ਲੈਣੀ ਚਾਹੀਦੀ? ਦੇਖੋ, ਇਹ ਡਿਪੈਂਡ ਕਰਦਾ ਵੀ ਤੁਹਾਨੂੰ ਫਿਕਸ ਦਾ ਰੇਟ ਕੀ ਮਿਲਦਾ, ਠੀਕ ਹੈ। ਹੁਣ ਇਹਦੇ ਕਈ ਫੈਕਟਰ ਹੁੰਦੇ ਨੇ ਇਸ ਡਿਸੀਜਨ ਲੈਣ ਦੇ, ਠੀਕ ਹੈ ਜੀ। ਤੁਸੀਂ ਫਿਕਸ ਕਰਾ ਲਈ, ਪਰ ਤੁਸੀਂ ਸੋਚ ਰਹੇ ਹੋ ਕਿ ਮੈਂ ਇਹਨੂੰ 4 ਮਹੀਨੇ 'ਚ ਪ੍ਰਾਪਰਟੀ ਵੇਚਣੀ ਆ, ਫਿਰ ਤੁਹਾਨੂੰ ਪੈਨਲਟੀ ਦੇਣੀ ਪੈਣੀ ਆ। ਸੋ ਕਈ ਫੈਕਟਰ ਨੇ, ਉਹ ਸਾਰੇ ਫੈਕਟਰ ਆਪਦੇ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਸਾਂਝੇ ਕਰੋ, ਫਿਰ ਉਦੋਂ ਤੁਹਾਨੂੰ ਕੋਈ ਨਾ ਕੋਈ ਸੋਲਿਊਸ਼ਨ ਉਹ ਪ੍ਰੋਵਾਈਡ ਕਰੇਗਾ ਕਿ ਓਕੇ ਦਿਸ ਇਜ਼ ਦਾ ਰੀਜ਼ਨ, ਤੂੰ ਇਹਨੂੰ ਇਸ ਤਰ੍ਹਾਂ ਕਰ ਲੈ। ਇਸ ਗੱਲ ਬਾਰੇ ਸਹਿਮਤੀ ਨਹੀਂ ਹੁੰਦੀ। ਕੁਝ ਲੋਕ ਉਹ ਹਮੇਸ਼ਾ ਹੀ ਇਹ ਕਹਿੰਦੇ ਰਹਿੰਦੇ ਵੀ ਮੌਰਗੇਜ ਲੈਣੀ ਹੈ ਤਾਂ ਹਮੇਸ਼ਾ ਫਿਕਸ ਕਰਾਓ, ਇਹ ਗਲਤੀ ਨਾ ਕਰੋ ਕਦੇ। ਦੂਜੇ ਕੁਛ ਇੱਕ ਗਰੁੱਪ ਕਹਿੰਦਾ ਵੀ ਕਦੇ ਵੀ ਇਹ ਗਲਤੀ ਨਾ ਕਰੋ, ਮੌਰਗੇਜ ਹਮੇਸ਼ਾ ਹੀ ਓਪਨ ਰੱਖੀ ਦੀ ਆ। ਤੁਹਾਡੀ ਕੀ ਸਲਾਹ ਹੈ? ਦੇਖੋ, ਇਹ ਡਿਪੈਂਡ ਕਰਦਾ ਤੁਹਾਡੇ ਫਾਈਨੈਂਸ਼ੀਅਲ, ਤੁਹਾਡੀ ਜ਼ਿੰਦਗੀ ਦੇ ਫਾਈਨੈਂਸ਼ੀਅਲ ਗੋਲ ਕੀ ਨੇ, ਠੀਕ ਹੈ। ਹੁਣ ਇੱਕ ਪਰਸਨ ਤਾਂ ਉਹ ਹੈ ਕਿ ਜੀ ਮੈਂ ਮੌਰਗੇਜ ਲੈ ਲਈ, ਘਰ ਲੈ ਲਿਆ, ਸੋ ਆਪਾਂ ਠੀਕ ਆ ਹੁਣ, ਠੀਕ ਹੈ ਜੀ। ਤਾਂ ਉਹਨੇ ਫਿਰ ਉਹ ਜਿਹੇ ਬੰਦੇ ਨੂੰ ਤੇ ਫਿਕਸ ਠੀਕ ਹੈ, ਉਹਨੂੰ ਕੋਈ ਸਟ੍ਰੈਸ ਨਹੀਂ, ਉਹ ਆਪਦੀ ਜ਼ਿੰਦਗੀ ਇੰਜੋਏ ਕਰਦਾ ਹੈ ਨਾ। ਇੱਕ ਨੂੰ ਹੁੰਦੀ ਆ ਕਿ ਮੈਂ ਆਹ ਲੈ ਲਿਆ, ਇਹਨੂੰ ਵੇਚ ਕੇ ਮੈਂ ਦੂਜਾ ਲੈਣਾ, ਜਾਂ ਇਹਦੇ ਇਕੁਇਟੀ ਚੱਕ ਕੇ ਦੂਜੀ ਲੈਣੀ ਆ। ਹੁਣ ਉਹਦੇ ਸਰਕਮਸਟੈਂਸਿਸ ਹੋ ਸਕਦਾ ਉਹਨੂੰ ਵੇਰੀਏਬਲ ਚੰਗੀ ਲੱਗੇ। ਸੋ ਇਹ ਡਿਪੈਂਡ ਕਰਦਾ ਪਰਸਨਲ ਗੋਲ 'ਤੇ, ਤੁਹਾਡੇ ਸ਼ਾਰਟ ਟਰਮ ਅਤੇ ਲੌਂਗ ਟਰਮ ਪਰਸਨਲ ਗੋਲ ਕੀ ਨੇ। 0.5% ਵਿਆਜ ਵੱਧ ਗਿਆ ਤੇ ਕਹਿੰਦੇ ਹੋਰ ਹਜੇ ਵਧਣੇ ਆ। ਇਹਦਾ ਜਿਹੜੀ ਨਵੀਂ ਮੌਰਗੇਜ ਕਿਸੇ ਨੇ ਲੈਣੀ ਆ, ਵੀ ਹੁਣ ਇਹ ਵੀ ਹੋ ਗਿਆ ਕਿ ਮੌਰਗੇਜ ਔਖੀ ਮਿਲੂਗੀ? ਬਿਲਕੁਲ, ਇਹਦੇ ਨਾਲ ਕੁਆਲੀਫਿਕੇਸ਼ਨ 'ਤੇ ਅਸਰ ਹੋ ਜਾਣਾ। ਇਹਦੇ ਨਾਲ ਜਿਹੜਾ ਕੁਆਲੀਫਾਈ ਰੇਟ ਹੈ ਉਹ ਕ੍ਰੈਡਿਟ ਯੂਨੀਅਨ ਅਤੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਿੰਨੀਆਂ ਬੈਂਕਸ ਨੇ ਉਹਨਾਂ ਨੇ ਥੋੜ੍ਹਾ ਜਿਹਾ ਹਾਈ ਕਰਤਾ, ਠੀਕ ਹੈ। ਅੱਗੇ ਜਿਵੇਂ ਹੁਣ ਸਪੋਜ਼ ਆਮ ਤੌਰ 'ਤੇ ਕ੍ਰੈਡਿਟ ਯੂਨੀਅਨ 'ਤੇ ਸਟ੍ਰੈਸ ਟੈਸਟ ਹੈ ਜਿਹੜਾ ਉਹ ਲਾਗੂ ਨਹੀਂ ਹੁੰਦਾ, ਹੈ ਨਾ। ਸੋ ਉਹਨਾਂ ਦਾ ਜਿਹੜਾ ਕੁਆਲੀਫਿਕੇਸ਼ਨ ਦਾ ਰੇਟ ਸੀਗਾ ਉਹ ਕੋਈ ਨੀਅਰ ਅਬਾਊਟ 3.54% ਦੇ ਕਰੀਬ ਕੁਆਲੀਫਾਈ ਕਰਦੇ ਸੀ। ਹੁਣ ਉਹ ਵੀ 4.80 ਜਾਂ 5% ਤੱਕ ਕੁਆਲੀਫਾਈ ਕਰਦੇ ਨੇ। ਸੋ ਉਹ ਜਦੋਂ ਉਨੇ ਅਮਾਊਂਟ 'ਤੇ ਇੰਟਰਸਟ 'ਤੇ ਕੁਆਲੀਫਾਈ ਕਰਨਾ, ਤਾਂ ਤੁਹਾਡੀ ਜਿਹੜੀ ਟੈਂਟੇਟਿਵ ਕਿਸ਼ਤ ਹੈਗੀ ਆ, ਜਿਹਦੇ ਮੁਤਾਬਕ ਉਹਨਾਂ ਨੇ ਤੁਹਾਡੀ ਇਨਕਮ ਨੂੰ ਕੁਆਲੀਫਾਈ ਕਰਕੇ ਦੇਖਣਾ, ਉਹ ਵੱਧ ਜਾਏਗੀ, ਅਤੇ ਹੁਣ ਉਹਦੇ ਨਾਲ ਵੀ ਅਸਰ ਪੈਣਾ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਮਿਹਰਬਾਨੀ। ਦੋਸਤੋ, ਸਿੱਧੂ ਸਾਹਿਬ ਦੇ ਨਾਲ ਅਸੀਂ ਗੱਲਬਾਤ ਕੀਤੀ। ਬਹੁਤ ਹੀ ਭਖਦਾ ਮੁੱਦਾ ਇਸ ਵੇਲੇ ਦਾ, ਇੰਟਰਸਟ ਰੇਟ ਵੱਧ ਚੁੱਕਿਆ ਤੇ ਹੋਰ ਵਧਣੇ ਆ। ਕੀ ਮਾਰਕੀਟ ਦੇ ਉੱਤੇ ਅਸਰ ਪੈਂਦਾ, ਘਰਾਂ ਦੀਆਂ ਕੀਮਤਾਂ ਦੇ ਉੱਤੇ ਕੀ ਅਸਰ ਪੈਂਦਾ, ਮਹਿੰਗਾਈ ਇੰਨੀ ਵੱਧ ਚੁੱਕੀ ਹੈ, ਕੀ ਇਹ ਮਹਿੰਗਾਈ ਨੂੰ ਰੋਕਣ ਦੇ ਲਈ ਇੰਟਰਸਟ ਰੇਟ ਵਧਾਉਣੇ ਠੀਕ ਆ, ਇਹਦੇ ਨਾਲ ਕਿਤੇ ਰਿਸੈਸ਼ਨ ਤਾਂ ਨਹੀਂ ਆ ਜਾਊਗਾ। ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਸਮੇਂ ਦੇ ਨਾਲ ਸਾਨੂੰ ਆਪਣੇ ਆਪ ਮਿਲੂਗਾ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਵੇਲੇ ਚੀਨ ਦੇ ਪਾਇਲਟਾਂ ਤੋਂ ਖਫਾ ਨੇ ਅਤੇ ਉਹਨਾਂ ਨੇ ਉਸ ਸੰਬੰਧੀ ਬਿਆਨ ਵੀ ਜਾਰੀ ਕੀਤਾ ਹੈ। ਉਹਨਾਂ ਕਹਿ ਕੇ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਕਾਰਵਾਈ ਜਿਹੜੀ ਹੈ ਉਹ ਇਹਨਾਂ ਪਾਇਲਟਾਂ ਦੀ ਦੇਖੀ ਗਈ ਹੈ। ਦੱਸ ਦਈਏ ਕਿ ਇਸ ਸੰਬੰਧ ਵਿੱਚ ਟਰੂਡੋ ਨੇ ਸੰਯੁਕਤ ਰਾਸ਼ਟਰ ਦੇ ਮਿਸ਼ਨ ਦੇ ਵਿੱਚ ਹਿੱਸਾ ਲੈ ਰਹੇ ਕੈਨੇਡੀਅਨ ਜਹਾਜ਼ਾਂ ਦੇ ਸੰਬੰਧ ਦੇ ਵਿੱਚ ਚੀਨ ਦੇ ਪਾਇਲਟ ਦੀ ਕਾਰਵਾਈ ਨੂੰ ਗੈਰ ਜ਼ਿੰਮੇਵਾਰਾਨਾ ਤੇ ਭੜਕਾਊ ਦੱਸਿਆ। ਸੋਮਵਾਰ ਨੂੰ ਉਹਨਾਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਉੱਤਰੀ ਕੋਰੀਆ ਦੇ ਖਿਲਾਫ ਪਾਬੰਦੀਆਂ ਨੂੰ ਲਾਗੂ ਕਰਨ ਲਈ ਪੈਸੀਫਿਕ ਓਸ਼ਨ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਮਿਸ਼ਨ ਤਹਿਤ ਹਿੱਸਾ ਲੈ ਰਹੇ ਕੈਨੇਡੀਅਨ ਜਹਾਜ਼ਾਂ ਪ੍ਰਤੀ ਚੀਨ ਦੀ ਗਤੀਵਿਧੀ ਨਿੰਦਣਯੋਗ ਸੀ। ਉਹਨਾਂ ਕਿਹਾ ਸੀ ਇਹ ਵੀ ਆਖਾਂਗੇ ਕਿ ਚੀਨ ਵੱਲੋਂ ਸੰਯੁਕਤ ਰਾਸ਼ਟਰ ਦੇ ਫੈਸਲਿਆਂ ਦੀ ਕੋਈ ਕਦਰ ਨਹੀਂ ਕੀਤੀ ਜਾ ਰਹੀ। ਪਿਛਲੇ ਹਫ਼ਤੇ ਕੈਨੇਡੀਅਨ ਫੌਜ ਨੇ ਇਹ ਦੋਸ਼ ਲਾਇਆ ਸੀ ਕਿ ਚੀਨ ਦੇ ਜਹਾਜ਼ ਕਈ ਵਾਰੀ ਕੌਮਾਂਤਰੀ ਸੇਫਟੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਅਤੇ ਉਹਨਾਂ ਵੱਲੋਂ ਕੈਨੇਡੀਅਨ ਅਮਲੇ ਨੂੰ ਵੀ ਖਤਰੇ ਵਿੱਚ ਪਾ ਦਿੱਤਾ ਗਿਆ ਹੈ। ਇੱਕ ਬਿਆਨ ਦੇ ਵਿੱਚ ਆਖਿਆ ਗਿਆ ਕਿ ਚੀਨ ਦੇ ਜਹਾਜ਼ਾਂ ਨੇ ਕੈਨੇਡਾ ਦੇ ਲੰਮੀ ਰੇਂਜ ਵਾਲੇ ਜਹਾਜ਼ ਦਾ ਰਾਹ ਬਦਲਣ ਦੀ ਕੋਸ਼ਿਸ਼ ਕੀਤੀ ਗਈ ਤੇ ਕੈਨੇਡੀਅਨ ਅਮਲੇ ਨੂੰ ਸੰਭਾਵੀ ਹਾਦਸੇ ਨੂੰ ਰੋਕਣ ਲਈ ਦਿਸ਼ਾ ਬਦਲਣੀ ਪਈ। ਬਿਆਨ ਦੇ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਚਿੰਤਾ ਦਾ ਕਾਰਨ ਹਨ ਅਤੇ ਇਹਨਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।
ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।